ਸੋ ਆਈ ਥਿੰਕ ਰੀਅਲ ਆਡੀਅנס ਦਾ ਜੇ ਤੁਸੀਂ ਰਿਵਿਊ ਲੈ ਸਕੋ ਪਹਿਲਾਂ, then I think it's very good and it really helps the film. फेल हो गया So I think smaller projects और projects जिन्हां कोल थिएटर ਵਿੱਚ ਰਿਲੀਜ਼ ਕਰਨ ਲਈ ਵੀ ਪੈਸਾ ਚਾਹੀਦਾ ਹੈ ਐਗਜ਼ੈਕਟਲੀ honestly है ना उते it's a separate cost, distribution, exhibition, हाँ ਚੰਗੇ ਤੋਂ ਚੰਗੇ ਡਾਇਰੈਕਟਰ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ। ਮੈਂ ਤਾਂ ਆ ਵੀ ਦੇਖਿਆ ਹੋਇਆ ਕਿ ਕਾਸਟਿਊਮ ਬਦਲ ਜਾਂਦੇ ਨੇ ਬਿਲਕੁਲ ਯੂ نو ਸੋ ਸਮਟਾਈਮਸ ਜੇ ਚੀਜ਼ ਮੈਂ ਇੱਥੇ ਰੱਖੀ ਹੈ ਅਗਲੇ ਸ਼ਾਟ 'ਚ ਇੱਥੇ ਸੀਗੀ ਹੁਣ ਨਹੀਂ ਹੈਗੀ, ਇੱਦਾਂ ਵੀ ਹੋ ਜਾਂਦਾ ਹੈ। ਪ੍ਰੋਜੈਕਟ ਨੂੰ ਜ਼ਰੂਰ ਤੁਸੀਂ ਸਟੱਡੀ ਕਰੋ, ਉਹਦੀ ਰਿਕਵਰੀ ਇਜ਼ ਵੈਰੀ ਇੰਪੋਰਟੈਂਟ, ਉਹਨੂੰ ਜੱਜ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਹੀ ਤੁਹਾਡਾ ਆਪਣਾ ਸੱਜਲ ਬੱਬਰ। ਤੁਸੀਂ ਦੇਖ ਰਹੇ ਹੋ ਪੰਜਾਬ ਪਲੱਸ ਟੀਵੀ। ਦਾ ਸ਼ੋਅ ਇਜ਼ ਕਾਲਡ ਸਿਤਾਰਿਆਂ ਨਾਲ ਗੱਲਬਾਤ। ਔਰ ਅੱਜ ਸਾਡੇ ਸ਼ੋਅ ਦੇ ਵਿੱਚ ਮੌਜੂਦ ਨੇ ਇੱਕ ਬਹੁਤ ਹੀ ਪੋਜ਼ੀਟਿਵ ਇਨਸਾਨ, ਇੱਕ ਬਹੁਤ ਹੀ ਸਪੈਸ਼ਲ ਪਰਸਨ, ਜੋ ਕਿ ਇੱਕ ਮਤਲਬ ਬਹੁਤ ਬੰਦੇ 'ਚ ਹੁੰਦਾ ਨਾ ਕਿ ਆਪਾਂ ਇੱਕ ਕੰਮ ਕਰਦੇ ਹਾਂ, ਮਲਟੀ ਟੈਲੈਂਟਡ ਕ੍ਰੀਏਟਿਵ ਹੈਡ ਆਫ ਯੂਨੀਵਰਸਲ ਮਿਊਜ਼ਿਕ, ਪ੍ਰੋਡਿਊਸਰ ਐਂਡ ਡਾਇਰੈਕਟਰ ਪੂਜਾ ਗੁਜਰਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਬਹੁਤ 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 ਵੱਡਾ ਸਤਿ ਸ਼੍ਰੀ ਅਕਾਲ ਸੱਜਲ ਬੱਬਰ ਜੀ ਨੂੰ ਤੇ ਪੰਜਾਬ ਪਲੱਸ ਟੀਵੀ ਦੇ ਸਾਰੇ ਦਰਸ਼ਕਾਂ ਨੂੰ। ਆਈ ਐਮ ਸੁਪਰ ਹੈਪੀ ਕਿ ਮੈਂ ਤੁਹਾਨੂੰ ਮਿਲਣ ਆਈ ਹਾਂ ਐਂਡ ਆਈ ਥਿੰਕ ਦਿਸ ਚੈਨਲ ਇਜ਼ ਵੰਡਰਫੁਲ। ਸੋ ਥੈਂਕ ਯੂ ਸੋ ਮਚ ਮੈਮ ਇੰਨੀ ਪਿਆਰੀ ਵੈਲਕਮ ਵਾਸਤੇ। ਮਤਲਬ ਅਸੀਂ ਤੁਹਾਨੂੰ ਵੈਲਕਮ ਕੀਤਾ ਬਟ ਤੁਸੀਂ ਸਾਨੂੰ ਹੋਰ ਵੈਲਕਮ ਕਰਤਾ। ਇਹ ਮਤਲਬ ਹੁਣ ਜਿੱਦਾਂ ਦਾ ਬੰਦਾ ਉਹਦਾ ਦਾ ਵੈਲਕਮ। ਕਿਆ ਬਾਤ ਹੈ। ਵੱਡੇ ਲੋਕੀ ਚੰਗੇ ਲੋਕੀ ਘਰੇ ਆਣਗੇ ਤਾਂ ਫਿਰ ਵੈਲਕਮ ਵੀ ਵਧੀਆ ਹੋਣਾ ਚਾਹੀਦਾ ਹੈ ਨਾ। ਵੱਡੇ ਬੱਚੇ ਮੈਮ ਤੁਹਾਡੇ ਨਹੀਂ ਨਹੀਂ, ਵੱਡੇ ਇਨ ਦ ਸੈਂਸ ਦਿਲ ਦੇ ਵੱਡੇ। ਕਿਆ ਬਾਤ ਹੈ ਮੈਮ, ਦਿਲ ਦੇ ਵੱਡੇ ਹੁੰਦੇ ਨੇ। ਉਮਰਾਂ ਤੱਕ ਆਂਦੀਆਂ ਜਾਂਦੀਆਂ ਕਿੱਥੇ ਰਹਿੰਦੀਆਂ, ਮੈਨੂੰ ਪੁੱਛੋ ਮੈਂ ਤਾਂ ਹਜੇ ਤੱਕ 10 ਸਾਲ ਦੀ ਹਾਂ। ਕਿਆ ਬਾਤ ਹੈ ਮੈਮ। ਲੋਕੀ 16 ਦੇ ਹੁੰਦੇ ਨੇ, ਮੈਂ 10 ਤੇ ਅਟਕੀ ਹੋਈ ਹਾਂ। ਇਹ ਨਾ ਮੈਮ ਬੜੀ ਵਧੀਆ ਗੱਲ ਹੈ। ਲੋਕੀ ਕੁਝ ਡਿਫਰੈਂਟ ਕਰਨਾ ਚਾਹੀਦਾ ਸਾਨੂੰ, ਹੈ ਨਾ। ਲੋਕੀ ਮਤਲਬ 16 ਦੇ ਉੱਪਰ ਵੀ ਡਿਫਰੈਂਟ ਵੀ ਆ ਯੰਗ। ਹਾਂ ਵਾਈ 16 ਆਲਸੋ ਨਾ 10 ਸਵੀਟ 10 ਮੈਂ ਡਬਲ ਡਿਜਿਟ ਤਾਂ ਲੈ ਲਿਆ ਨਾ ਐਟਲੀਸਟ। ਹੋਰ ਕੀ, ਬਸ ਅਸੀਂ ਚੰਗੇ ਹੁੰਦੇ ਆ, ਵੀ ਆਰ ਗੁੱਡ, ਹੈ ਨਾ, ਪੋਜ਼ਿਟਿਵ ਬੰਦੇ ਆ ਅਸੀਂ। ਬਿਲਕੁਲ। ਸੋ ਮੈਮ ਮੈਂ ਇੱਕ ਗੱਲ ਕਹਿ ਰਿਹਾ ਸੀ, ਯੂ ਬੀਇੰਗ ਅ ਡਾਇਰੈਕਟਰ, ਕ੍ਰੀਏਟਿਵ ਹੈਡ ਐਂਡ ਉਸ ਤੋਂ ਇਲਾਵਾ ਤੁਸੀਂ ਪ੍ਰੋਡਿਊਸ ਵੀ ਕਰਦੇ ਹੋ, ਹੈ ਨਾ, ਪ੍ਰੋਜੈਕਟਸ ਨੂੰ। ਹਾਂਜੀ। ਸੋ ਮੈਮ ਤੇ ਇੱਕ ਜਿਹੜਾ ਡਾਇਰੈਕਟਰ ਹੁੰਦਾ, ਡਾਇਰੈਕਟਰ ਇਜ਼ ਅ ਬੌਸ, ਹੈ ਨਾ, ਐਂਕਰ ਆਫ ਦਾ ਸ਼ਿਪ, ਸਭ ਕੁਝ ਸੰਭਾਲਦਾ, ਕੈਪਟਨ ਆਫ ਦਾ ਸ਼ਿਪ ਹੁੰਦਾ। ਸੋ ਉਹਦੇ ਉੱਤੇ ਬਹੁਤ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ, ਸਾਰਾ ਕੁਝ ਦੇਖਣਾ ਕਿ ਸਪੌਟ ਆਇਆ ਹੈ, ਆਰਟਿਸਟ ਰੈਡੀ ਹੈ, ਮੇਕਅਪ A to Z ਕੁਝ ਦੇਖਣਾ, ਠੀਕ ਹੈ ਜੀ। ਉਸ ਤੋਂ ਬਾਅਦ ਵੀ ਇੰਨੇ ਪੋਜ਼ਿਟਿਵ ਦਾ ਰਹਿੰਦੇ ਹੋ। ਸੋ ਆਈ ਥਿੰਕ ਪੋਜ਼ਿਟਿਵ ਤਾਂ ਰਹਿੰਦੇ ਆ। ਇੱਕ ਤਾਂ ਵੈਨ ਯੂ ਲਵ ਵਾਟ ਯੂ ਡੂ ਨਾ, ਉਹ ਪੋਜ਼ਿਟਿਵਿਟੀ ਆਪ ਹੀ ਆ ਜਾਂਦੀ ਹੈ। ਜਿਵੇਂ ਹੁਣ ਤੁਸੀਂ, ਆਈ ਐਮ ਸ਼ੋਰ ਯੂ ਲਵ ਵਾਟ ਯੂ ਡੂ, ਤੇ ਜੇ ਸੁੱਤੇ ਹੋ ਨਹੀਂ ਸੁੱਤੇ ਹੋ, ਤੁਸੀਂ ਇੰਨੇ ਪੋਜ਼ਿਟਿਵ ਐਨਰਜੀ ਨਾਲ ਆਏ ਹੋ। ਆਈ ਨੋ ਤੁਸੀਂ ਬਹੁਤ ਕੰਮ ਕਰ ਰਹੇ ਸੀਗੇ ਐਂਡ ਤੁਹਾਡੀ ਇੰਟਰਵਿਊ ਸੀਗੀਆਂ ਬੈਕ ਟੂ ਬੈਕ, ਬਟ ਤੁਸੀਂ ਦੇਖੋ ਕਿੰਨੀ ਪੋਜ਼ਿਟਿਵ ਐਨਰਜੀ ਨਾਲ ਆਏ ਹੋ। ਸੋ ਆਈ ਥਿੰਕ ਇਟਸ ਦ ਵਰਕ। ਜਦ ਤੁਸੀਂ ਕਿਸੇ ਚੀਜ਼ ਨੂੰ ਪਿਆਰ ਕਰਦੇ ਹੋ ਨਾ, ਤਾਂ ਦੈਨ ਆਟੋਮੈਟਿਕਲੀ ਪੋਜ਼ਿਟਿਵ ਐਟੀਟਿਊਡ ਕਮਸ ਐਂਡ ਦੈਨ ਯੋਰ ਟੀਮ। ਆਈ ਥਿੰਕ ਟੀਮ ਦਾ ਬਹੁਤ ਫਰਕ ਪੈਂਦਾ ਹੈ। ਜਦ ਆਲੇ ਦੁਆਲੇ ਲੋਕੀ ਇੱਦਾਂ ਦੇ ਹੋਣ ਜੋ ਬਹੁਤ ਪਿਆਰ ਕਰਦੇ ਹੋਣ ਤੇ ਪੋਜ਼ਿਟਿਵ ਹੋਣ, ਤੇ ਫਿਰ ਆਪੇ ਪੋਜ਼ਿਟਿਵਿਟੀ ਆ ਜਾਂਦੀ ਹੈ। ਤਾਂ ਮੈਮ ਇੱਕ ਜਿਹੜੀ ਗੱਲ ਹੈ ਕਿ ਡਾਇਰੈਕਟਰ ਹੈ ਨਾ, ਡਾਇਰੈਕਟਰ ਨੂੰ ਜਦੋਂ ਮਤਲਬ ਇੱਕ ਪ੍ਰੋਜੈਕਟ ਸ਼ੁਰੂ ਹੁੰਦਾ ਹੈ ਨਾ, ਉਹਦੀ ਸਕ੍ਰਿਪਟਿੰਗ ਸਾਰਾ ਕੁਝ ਦੇਖਣਾ, ਉਸ ਤੋਂ ਬਾਅਦ ਲੁੱਕ ਟੈਸਟ, ਆਡੀਸ਼ਨ, A to Z ਚੀਜ਼ਾਂ ਮੈਟਰ ਕਰਦੀਆਂ ਨੇ। ਇੱਕ ਜਿਹੜਾ ਇਹ ਪ੍ਰੋਸੈਸ, ਜਿਹੜੇ ਨਵੇਂ ਡਾਇਰੈਕਟਰ ਆ ਰਹੇ ਹੈਗੇ ਆ, ਹੈ ਨਾ, ਉਹਨਾਂ ਨੂੰ ਮਤਲਬ ਚਾਹੁੰਦੇ ਆ ਕਿ ਇਹ ਪ੍ਰੋਸੈਸ ਕਿੰਨਾ ਟਾਈਮ ਲੈਂਦਾ ਹੈ ਬੇਸਿਕਲੀ ਫॉर ਅ ਨਿਊ ਡਾਇਰੈਕਟਰ। ਸੀ ਓਨੈਸਟਲੀ ਪ੍ਰੋਸੈਸ ਦਾ ਕੋਈ ਟਾਈਮ ਲਿਮਿਟ ਨਹੀਂ ਹੈਗੀ, ਇੰਡੀਵਿਜੂਅਲ ਤੇ ਡਿਪੈਂਡ ਕਰਦਾ ਹੈ। ਹੁਣ ਆਈ ਆਲਵੇਜ਼ ਟੈਲ ਦਿਸ ਟੂ ਪੀਪਲ ਕਿ ਜਿੱਦਾਂ ਐਕਟਿੰਗ ਉੱਦਾਂ ਡਾਇਰੈਕਸ਼ਨ ਵੀ ਇੱਕ ਇਨਬੋਰਨ ਟੈਲੈਂਟ ਹੈ। ਤੁਸੀਂ ਇੱਕ ਇੰਸਟੀਟਿਊਸ਼ਨ 'ਚ ਜਾ ਕੇ ਉਹਨੂੰ ਬੈਟਰ ਕਰ ਸਕਦੇ ਹੋ, ਹੈ ਨਾ, ਪੋਲਿਸ਼ ਕਰ ਸਕਦੇ ਹੋ, ਬਟ ਸਿੱਖ ਨਹੀਂ ਸਕਦੇ। ਲਾਈਕ ਸਿੰਗਿੰਗ, ਜੇ ਤੁਹਾਡੇ ਇੱਥੇ ਨਹੀਂ ਹੈਗੀ ਫਿਰ ਤੁਸੀਂ ਉਹਨੂੰ ਸਿੱਖ ਨਹੀਂ ਸਕਦੇ, ਤੁਸੀਂ ਉਹਨੂੰ ਪੋਲਿਸ਼ ਕਰ ਸਕਦੇ ਹੋ। ਉਹ ਰੱਬ ਦੀ ਦਿੱਤੀ ਦੇਣ ਹੈ, ਬਿਲਕੁਲ, ਹੈ ਨਾ। ਤੁਸੀਂ ਜਦ ਜਨਮ ਲੈਂਦੇ ਹੋ, ਤੁਸੀਂ ਇੱਕ ਸਿੰਗਰ ਪੈਦਾ ਹੁੰਦੇ ਹੋ, ਉਸ ਚੀਜ਼ ਨੂੰ ਤੁਸੀਂ ਹੁਣ ਰਿਆਜ਼ ਕਰਕੇ ਜਾਂ ਕਿਸੇ ਵੱਡੇ ਟੀਚਰ ਤੋਂ ਤੁਸੀਂ ਸਿੱਖਦੇ ਹੋ ਤੇ ਉਹਨੂੰ ਬੈਟਰ ਕਰਦੇ ਹੋ, ਪੋਲਿਸ਼ ਕਰਦੇ ਹੋ। ਸੋ ਸਿਮਿਲਰਲੀ ਡਾਇਰੈਕਸ਼ਨ ਵੀ ਉਹੀ ਹੈ। ਆਈ ਥਿੰਕ ਇਟਸ ਸਮਥਿੰਗ ਦੈਟ ਯੂ ਪੋਲਿਸ਼ ਐਂਡ ਆਲਸੋ ਆਈ ਵੁੱਡ ਸੇ ਜਦ ਤੁਸੀਂ ਫਰਸਟ ਫਿਲਮ ਜਾਂ ਕੋਈ ਵੀ ਫਰਸਟ ਪ੍ਰੋਜੈਕਟ ਕਰੋਗੇ, ਐਜ਼ ਯੂ ਪ੍ਰੋਗਰੈਸ ਇਨ ਲਾਈਫ ਵਿਦ ਐਵਰੀ ਪ੍ਰੋਜੈਕਟ ਯੂ ਵਿਲ ਲਰਨ। ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖੋਗੇ, ਤੁਸੀਂ ਆਪਣੇ ਹੀ ਐਕਸਪੀਰੀਅੰਸ ਤੋਂ ਸਿੱਖੋਗੇ। ਐਂਡ ਫਿਲਮ ਮੇਕਿੰਗ ਅਕੋਰਡਿੰਗ ਟੂ ਮੀ, ਦੋ ਮੈਂ ਇੱਕ ਫਿਲਮ ਸਕੂਲ ਤੋਂ ਹੈਗੀ ਹਾਂ ਔਰ ਮੈਂ ਡਿਸਕਰੇਜ ਨਹੀਂ ਕਰਦੀ ਕਿ ਤੁਸੀਂ ਫਿਲਮ ਸਕੂਲ ਨਾ ਜਾਓ ਜਾਂ ਕੁਝ, ਬਟ ਜਿਹੜੀ ਚੀਜ਼ ਤੁਹਾਨੂੰ ਪ੍ਰੈਕਟੀਕਲੀ ਸਿੱਖਣ ਨੂੰ ਮਿਲਦੀ ਹੈ ਨਾ, ਉਹ ਐਕਚੁਅਲੀ ਸਕੂਲ ਕਾਲਜ ਆਫ ਅ ਫਿਲਮ ਸਕੂਲ
I think only experience नहीं मिलता. You of course learn a lot and I really say कि please पढ़ाई करनी जरूरी आ. But फिर भी practical and जब physically ਤੁਸੀਂ ਕੋਈ ਚੀਜ਼ ਕਰਦੇ ਹੋ, ਹੁਣ ਕੈਮਰਾ ਤੁਸੀਂ ਫੜਿਆ ਹੋਇਆ ਹੈ ਕੁਝ ਨਾ, ਜਦ ਤੁਸੀਂ ਸਪੀਡ 'ਚ ਜਾਂਦੇ ਹੋ ਤੇ ਵੱਧ ਐਕਸਪੋਜ਼ਰ ਐਕਸਟਰਾ ਮਿਲਦਾ. ਬਿਲਕੁਲ. ਮੈਮ ਇੱਕ ਜਿਹੜੀ ਗੱਲ ਹੈ ਕਿ ਨਾ ਕਈ ਵਾਰ ਇਦਾਂ ਹੁੰਦਾ ਕਿ ਸਪੋਜ਼ ਤੁਸੀਂ ਮੈਨੂੰ ਗਾਈਡ ਕੀਤਾ, ਯੂ ਆਰ ਮਾਈ ਟੀਚਰ, ਹੈ ਨਾ, ਤੁਸੀਂ ਮੇਰੇ ਟੀਚਰ ਹੋ ਕਿ ਸਜਲ ਇਸ ਚੀਜ਼ ਨੂੰ ਇਦਾਂ ਨਹੀਂ ਕਰਨਾ, ਠੀਕ ਹੈ, ਬਟ ਕਈ ਵਾਰ ਹੁੰਦਾ ਕਿ ਸੈੱਟ ਦੇ ਉੱਤੇ ਉਹ ਚੀਜ਼ ਹੋ ਜਾਂਦੀ ਹੈ ਤੇ ਜਿਹੜਾ ਬੰਦਾ ਹੈ ਸਪੋਜ਼ ਮੈਂ ਉਸ ਚੀਜ਼ ਨੂੰ ਪੇਨ ਸਫਰ ਕਰਦਾ ਬਿਕੋਜ਼ ਪਤਾ ਹੋਣ ਤੋਂ ਬਾਵਜੂਦ ਵੀ ਕਈ ਵਾਰ ਚੀਜ਼ਾਂ ਵਾਪਸ ਜਾਂਦੀਆਂ ਹੁੰਦੀਆਂ ਨੇ, ਇਦਾਂ ਕੀ ਹੁੰਦਾ? ਅੱਛਾ, ਮੈਂ ਤੁਹਾਡਾ ਕੁਐਸਚਨ ਨਹੀਂ ਸਮਝੀ. ਆਈ ਜਸਟ ਵਾਂਟ ਟੂ ਸੇ ਕਿ ਕਈ ਵਾਰ ਸਾਨੂੰ ਫਿਲਮ ਸਕੂਲ ਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ ਹੈ, ਰਾਈਟ, ਠੀਕ ਹੈ, ਉਸ ਚੀਜ਼ ਨੂੰ ਕਿ ਇਦਾਂ ਕਰਨਾ, ਬਟ ਕਈ ਵਾਰ ਬੰਦਾ ਅਣਗਹਿਲੀ ਚ ਵੀ ਇਦਾਂ ਕਰ ਦਿੰਦਾ ਹੈ, ਰਾਈਟ, ਉਹਨੂੰ ਸਫਰ ਕਰਨਾ ਪੈਂਦਾ ਹੈ, ਰਾਈਟ. ਸਬਕੌਂਸ਼ੀਅਸਲੀ ਇਹ ਚੀਜ਼ਾਂ ਕੀ ਹੁੰਦੀਆਂ ਨੇ? ਓਕੇ, ਸੀ ਆਈ ਥਿੰਕ ਥੀਸ ਆਰ ਹਿਊਮਨ ਐਰਰਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ. ਵੀ ਆਰ ਹਿਊਮਨਸ ਐਟ ਦੀ ਐਂਡ ਆਫ ਦ ਡੇ. ਚੰਗੇ ਤੋਂ ਚੰਗੇ ਡਾਇਰੈਕਟਰ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ, ਜਿੱਦਾਂ ਇੱਕ ਬਹੁਤ ਵੱਡੀ ਜਿੱਦਾਂ ਗਲਤੀ ਜਿਹਨੂੰ ਆਪਾਂ ਕਹਿੰਦੇ ਆ ਕੰਟੀਨਿਊਟੀ ਬ੍ਰੇਕ, ਹੈ ਨਾ, ਕੰਟੀਨਿਊਟੀ ਜਰਕ ਹੋਣਾ ਜਾਂ ਜੰਪ ਹੋਣਾ, ਇਹ ਬਹੁਤ ਵੱਡੀ ਚੀਜ਼ ਆ ਇੱਕ ਡਾਇਰੈਕਟਰ ਲਈ. ਬਟ ਕਈ ਵਾਰੀ ਇਟਸ ਨਾਟ ਇੰਟੈਂਸ਼ਨਲ. ਆਈ ਥਿੰਕ ਉਹ ਕਈ ਵਾਰੀ ਹੋ ਜਾਂਦਾ ਹੈ, ਤੁਸੀਂ ਲੈਫਟ ਟੂ ਰਾਈਟ ਜਾਂ ਰਾਈਟ ਟੂ ਲੈਫਟ ਇੱਦਾਂ ਵੀ ਹੋ ਜਾਂਦਾ ਹੈ. ਮੈਂ ਤਾਂ ਆ ਵੀ ਦੇਖਿਆ ਹੋਇਆ ਕਿ ਕਾਸਟਿਊਮ ਬਦਲ ਜਾਂਦੇ ਨੇ, ਬਿਲਕੁਲ, ਯੂ ਨੋ. ਸੋ ਸਮਟਾਈਮਸ ਜੇ ਚੀਜ਼ ਮੈਂ ਇੱਥੇ ਰੱਖੀ ਹੈ ਅਗਲੇ ਸ਼ਾਟ 'ਚ ਇੱਥੇ ਸੀਗੀ ਹੁਣ ਨਹੀਂ ਹੈਗੀ, ਇੱਦਾਂ ਵੀ ਹੋ ਜਾਂਦਾ ਹੈ. ਸੋ these are human errors which happen and but ਮੈਂ ਜਿਸ ਸਕੂਲ ਤੋਂ ਹੈਗੀ ਆ ਜਾਂ ਮੇਰਾ ਜੋ ਥਾਟ ਪ੍ਰੋਸੈਸ ਹੈ ਡਾਇਰੈਕਸ਼ਨ ਦਾ, ਫॉर ਮੀ ਇਟਸ ਅਬਾਊਟ ਇਮੋਸ਼ਨ. ਜੇ ਤੁਹਾਡਾ ਫਰੇਮ ਇਮੋਸ਼ਨ ਫੜ ਕੇ ਚੱਲ ਰਿਹਾ ਹੈ ਤੇ ਆਈ ਐਮ ਕਨੈਕਟਡ ਟੂ ਵਾਟ ਯੂ ਆਰ ਇਮੋਟਿੰਗ, ਫॉर ਮੀ ਬਾਈ ਚਾਂਸ ਜੇ ਗੱਦੀ ਇੱਥੇ ਦੀ ਉੱਥੇ ਵੀ ਹੋਗੀ, ਐਕਚੁਅਲੀ ਐਜ਼ ਇਫ ਆਈ ਐਮ ਅ ਗੁੱਡ ਡਾਇਰੈਕਟਰ ਨਾ, ਮੈਂ ਆਡੀਅנס ਦੀ ਉੱਥੇ ਅਟੈਂਸ਼ਨ ਜਾਣ ਹੀ ਨਹੀਂ ਦਿਆਂਗੀ, ਬਿਲਕੁਲ, ਯੂ ਨੋ, ਈਵਨ ਇਫ ਇਟਸ ਗॉट ਮੈਸਡ ਅਪ, ਈਵਨ ਲੈਫਟ ਦੀ ਰਾਈਟ ਹੋਗੀ ਜਿੱਦਾਂ ਗੱਦੀ, ਬਟ ਮੈਂ ਜਿਹੜੇ ਐਕਟਰਸ ਮੇਰੇ ਇਮੋਸ਼ਨਸ ਇਮੋਟ ਕਰ ਰਹੇ ਨੇ ਜਾਂ ਜੋ ਮੇਰਾ ਸੀਨ ਪਲਾਨ ਕੀਤਾ ਹੈ, ਜੋ ਮੇਰੀ ਟ੍ਰੀਟਮੈਂਟ ਹੈ, ਜੇ ਉਹ ਇੰਨੀ ਵਧੀਆ ਹੋਏਗੀ ਦੈਨ ਆਡੀਅנס ਵਿਲ ਬੀ ਕਨਸੈਂਟਰੇਟਿੰਗ ਔਨ ਯੂਰ ਫੇਸ ਔਰ ਔਨ ਯੂਰ ਇਮੋਸ਼ਨ ਰਾਦਰ ਦੈਨ ਹਾਈ ਗੱਦੀ ਕਿਤੇ ਪਈ ਹੈ, ਮਤਲਬ ਕਿ ਦੈਟ ਮੀਨਸ ਦੇ ਗॉट ਡਿਸਟਰੈਕਟਡ. ਐਗਜ਼ੈਕਟਲੀ, ਉਹ ਡਾਇਰੈਕਟਰ ਦੀ ਮਿਸਟੇਕ ਹੋ ਜਾਂਦੀ ਹੈ ਕਿ ਬਿਕੋਜ਼ ਉਹ ਪ੍ਰੋਪਰਲੀ ਫੋਕਸ ਨਹੀਂ ਕਰ ਪਾਉਂਦਾ ਆਪਣੇ ਪ੍ਰੋਡਕਟ ਦੇ ਵੱਲ ਕਈ ਵਾਰੀ, ਐਂਡ ਇਟ ਵੇਰੀਅਸ ਰੀਜ਼ਨਸ ਹੋ ਸਕਦੇ ਨੇ. ਕਈ ਵਾਰ ਹੁੰਦਾ ਕਿ ਹਾਈ ਸੀਨ ਖਤਮ ਕਰਨਾ ਹੈ, ਟਾਈਮ ਨਿਕਲ ਰਿਹਾ ਹੈ, ਯੂ ਨੋ, ਬਜਟ, ਪ੍ਰੋਡਿਊਸਰ ਬਾਰੇ ਵੀ ਸੋਚਣਾ ਪੈਂਦਾ ਹੈ ਵਧੀਆ, ਯੂ ਨੋ, ਕਿ ਉਹਨਾਂ ਦਾ ਵੀ ਸਭ ਠੀਕ ਠਾਕ ਚੱਲੇ. ਸੋ ਟਾਈਮ ਦੇ ਕੰਸਟ੍ਰੇਨਟਸ ਹੁੰਦੇ ਨੇ, ਕਈ ਵਾਰ ਕਾਸਟਿਊਮ ਗਲਿਚਸ ਹੋ ਜਾਂਦੇ ਨੇ. ਹੁਣ ਆਡੀਅנס ਨੂੰ ਨਹੀਂ ਪਤਾ ਕਿ ਉਹ ਡਾਇਰੈਕਟਰ ਦੀ ਗਲਤੀ ਨਹੀਂ ਸੀ, ਬਟ ਕਾਸਟਿਊਮ ਜੇ ਖਰਾਬ ਹੋ ਗਿਆ ਤੇ ਫਿਰ ਉਹਨਾਂ ਨੂੰ ਕਰਨਾ ਪਿਆ. ਸੋ ਥੀਸ ਆਰ ਆਲ ਸਿਚੁਏਸ਼ਨਸ ਦੈਟ ਅਰਾਈਵ. ਬਿਲਕੁਲ ਮੈਮ, ਇੱਕ ਗੱਲ ਮੈਂ ਹੋਰ ਪੁੱਛਣਾ ਚਾਹੂੰਗਾ ਕਿ ਜਿਹੜੇ ਅਕੋਰਡਿੰਗ ਟੂ ਯੂ ਡਾਇਰੈਕਟਰ ਦਾ ਵਿਜ਼ਨ ਵੱਡਾ ਹੁੰਦਾ ਜਾਂ ਫਿਰ ਇੱਕ ਵਿਊਅਰ ਦਾ ਵਿਜ਼ਨ ਵੱਡਾ ਹੁੰਦਾ? ਵਿਊਅਰ ਦਾ ਆਲਵੇਜ਼. ਸੀ ਵਾਈ देयर ਵਿਜ਼ਨ ਇਜ਼ ਬਿਗਰ ਬਿਕੋਜ਼ ਦੇ ਆਰ ਥਿੰਕਿੰਗ ਦਿਸ ਮਚ, ਆਈ ਐਮ ਥਿੰਕਿੰਗ ਓਨਲੀ ਦਿਸ. ਜੇ ਮੇਰਾ ਪ੍ਰੋਜੈਕਟ ਆ ਤੇ ਮੈਂ ਆ ਹੀ ਸੋਚ ਰਹੀ ਹਾਂ, ਬਟ ਉਹ एक खुला कैनवस देखते हैं, है ना. So I just feel that audience vision is definitely bigger than my vision, and that's the reason I feel that whenever you're making a project of film, ਤੁਸੀਂ ਇਹ ਸੋਚ ਕੇ ਚਲੋ ਕਿ ਉਹ ਕੀ ਦੇਖਣਗੇ ਜਾਂ ਉਹ ਕੀ ਸੋਚਣਗੇ. ਮੇਰੀ ਸੋਚ ਮੇਰੀ ਹੈ, ਬਿਲਕੁਲ, ਹੈ ਨਾ, but it's very important that I make something which they are able to relate or they are able to see. And they see more than me because that's ਜਿੱਦਾਂ ਆਪਾਂ ਨਹੀਂ ਕਹਿੰਦੇ ਕਿ ਇੱਕ ਥਰਡ ਪਰਸਨ ਵੱਧ ਦੇਖਦਾ ਹੈ ਜਾਂ ਉਹਨੂੰ ਜ਼ਿਆਦਾ ਸਮਝ ਆਉਂਦਾ ਹੈ. ਮੈਂ ਤਾਂ ਜੇ ਕੋਈ ਸਕ੍ਰਿਪਟ ਲਿਖੀ ਤੇ ਮੈਂ ਉਸੇ ਜ਼ਹਿਨ 'ਚ ਲਿਖ ਰਹੀ ਹਾਂ ਜਾਂ ਉਹ ਇੱਕ ਚੀਜ਼ ਸੋਚ ਕੇ, ਕਈ ਵਾਰੀ ਆਈ ਮਿਸ ਦੋਜ਼ ਥਿੰਗਸ ਆਰ ਬਿਕੋਜ਼ ਆਈ ਐਮ ਨੋਟ ਥਿੰਕਿੰਗ ਐਜ਼ ਅ ਥਰਡ ਪਰਸਨ. ਉਹ ਜਿਹੜਾ ਥਰਡ ਪਰਸਨ ਹੈ ਉਹ ਸਾਡੀ ਆਡੀਅנס ਹੈ. ਸੋ देयर ਵਿਜ਼ਨ ਇਜ਼ ਆਈ ਥਿੰਕ ਮਚ ਵਾਈਡਰ. ਬਿਲਕੁਲ. ਸੋ ਕਈ ਵਾਰ ਕੀ ਹੁੰਦਾ ਕਿ ਦੇਖੋ ਤੁਸੀਂ ਇੱਕ ਪ੍ਰੋਜੈਕਟ ਬਣਾ ਰਹੇ ਹੋ, ਹੈ ਨਾ, ਪ੍ਰੋਜੈਕਟ ਤਿਆਰ ਹੋ ਚੁੱਕਿਆ ਜਾਂ ਮਤਲਬ ਉਹਦੀ ਪੋਸਟ ਪ੍ਰੋਡਕਸ਼ਨ ਪੈਂਡਿੰਗ ਹੋਈ ਹੋਈ, ਹਾਂਜੀ, ਤੇ ਆਪਾਂ ਕਈ ਵਾਰ ਲੋਕਾਂ ਨੂੰ ਦਿਖਾ ਸਕਦੇ ਨੇ ਬਿਕੋਜ਼ ਇੱਕ ਪ੍ਰੋਪਰ ਰਿਵਿਊ ਲੈਣਾ ਬਹੁਤ ਜ਼ਰੂਰੀ ਪ੍ਰੋਡਕਟ ਨੂੰ ਰਿਲੀਜ਼ ਕਰਨ ਤੋਂ ਪਹਿਲਾਂ, ਬਿਕੋਜ਼ ਕਈ ਨਾਮ ਜੁੜੇ ਹੁੰਦੇ ਨੇ, ਵੱਡੇ ਆਰਟਿਸਟ ਤੋਂ ਲੈ ਕੇ ਵੱਡੇ ਮਿਊਜ਼ਿਕ ਪ੍ਰੋਡਿਊਸਰ, ਵੱਡੀ ਟੀਮ ਜਿਹੜੀ ਹੁੰਦੀ ਹੈ. ਉਹ ਤੁਹਾਡੀ ਲਾਈਫ 'ਚ ਉਹ ਕਿਹੜੇ ਲੋਕ ਜਿਹਨਾਂ ਨੂੰ ਤੁਸੀਂ ਉਹ ਪ੍ਰੋਜੈਕਟ ਦਿਖਾਉਂਦੇ ਹੋ ਕਿ ਮਤਲਬ ਕਿ ਤੁਸੀਂ ਦੱਸੋ, ਅਪਰੂਵ ਕਰੋ ਕਿ ਹਾਂ ਵੀ ਚੀਜ਼ ਵਧੀਆ ਹੈ ਤਾਂ ਆਪਾਂ ਅੱਗੇ ਨੂੰ ਪ੍ਰੋਸੀਡ ਕਰੀਏ? ਵੈਲ ਆਈ ਕੈਨ ਸੇ ਜਿਨ੍ਹਾਂ ਨੂੰ ਮੈਂ ਦਿਖਾਣਾ ਚਾਹਾਂਗੀ, probably I can say that close one, close ones, and people who I trust, people I feel would give me the right judgment, people I think I connect with creatively. That's also important. So I think yes, one is my own family,
बिल्कुल। My mother, father, I think they'll give me an honest opinion. Gurdassman Saab, I think he's somebody, he knows the connection a frame has with the audience. And I think nobody better than him. Nobody. So I think I would love to show any of my projects to him to find, understand कि चीज़ बढ़िया है, ठीक जा रहे हैं कि नहीं जा रहे हैं. So yes, him. Who else I would show? Actually, I think I will show people I don't know also. I will probably pick up ਮੇਰੇ ਜਿਹੜੇ ਦੀਦੀ ਸਾਡੇ ਘਰ ਕੰਮ ਕਰਦੇ ਨੇ ਇਹਨਾਂ ਨੂੰ, ਮੇਰੇ ਕੋਈ ਪੜੋਸੀ ਆਂਟੀ, ਬਿਕੋਜ਼ ਉਹ ਜਿਸ ਵਿਜ਼ਨ ਨਾਲ ਦੇਖਣਗੇ ਉਹ ਬਿਲਕੁਲ ਵੱਖਰਾ ਹੋਏਗਾ. ਬਿਲਕੁਲ. ਸੋ ਆਈ ਥਿੰਕ ਰੀਅਲ ਆਡੀਅנס ਦਾ ਜੇ ਤੁਸੀਂ ਰਿਵਿਊ ਲੈ ਸਕੋ ਪਹਿਲਾਂ, then I think it's very good and it really helps the film. ਬਿਲਕੁਲ, ਬਿਕੋਜ਼ ਉਹ ਚੀਜ਼ ਨੂੰ ਜੈਨੂਇਨਲੀ ਕਨੈਕਸ਼ਨ ਡਿਵੈਲਪ Exactly. ਅੱਛਾ, ਉਹ ਕਿਹੜੀ ਚੀਜ਼ ਤੇ ਹੱਸ ਰਹੇ ਨੇ, ਉਹ ਉਹਨਾਂ ਦਾ ਬਹੁਤ ਜੈਨੂਇਨ ਹੁੰਦਾ ਹੈ, ਉਹ ਨਹੀਂ ਸੋਚ ਰਹੇ ਟੈਕਨੀਕਲ ਚੀਜ਼ਾਂ. ਬਿਲਕੁਲ. They are genuinely just following the story, and what the film's about. So I think their natural reactions also you should see. ਕੀ ਬਾਤ ਹੈ ਮੈਮ. ਸੋ ਮੈਮ BGM ਦਾ ਕਿੰਨਾ ਕੁ ਇੰਪੋਰਟੈਂਟ ਰੋਲ ਹੁੰਦਾ ਇੱਕ ਪ੍ਰੋਜੈਕਟ ਦੇ ਵਿੱਚ ਅਕੋਰਡਿੰਗ ਟੂ ਯੂ? Super important role. I just feel ਕਿ ਜਿੱਦਾਂ ਮਾਂ ਬਿਨਾ ਬੱਚਾ ਤੇ ਬੱਚੇ ਬਿਨਾ ਮਾਂ ਅਧੂਰੀ ਹੈ. A good film if doesn't have a good BGM, it's ਇਨਕੰਪਲੀਟ. yeah, absolutely. ਮੈਂ ਕਈ ਵਾਰ ਸੋਚਦਾ ਹੁੰਦਾ ਕਿ ਸਪੋਜ਼ ਜੇ ਖਰਾਬ BGM ਆ ਗਿਆ ਰੈਂਡਮਲੀ, ਇਫ ਆਈ ਹੈ ਨਾ ਰੋਣ ਦਾ ਸੀਨ ਚੱਲਦਾ ਪਿੱਛੇ ਗਿਟਾਰ ਵੱਜੀ ਜਾਂਦਾ. ਹਾਂ ਸੋਚੋ, ਐਗਜ਼ੈਕਟਲੀ. ਹਾਂ, ਇੰਨਾ ਤਾਂ ਮੈਂ ਨਹੀਂ ਸੋਚਿਆ ਸੀ ਕਿ ਇੰਨਾ ਖਰਾਬ ਹੋ ਜਾਊਗਾ, ਬਟ ਹਾਂ ਵੱਡਾ ਪੁਆਇੰਟ ਹੈ ਨਾ. ਮੈਂ ਉਹਦੇ ਮਾਰ ਹੁੰਦੀ ਪਈ, ਬੱਚੇ ਤੇ ਫੇਲ ਹੋ ਗਿਆ. ਸੋਚੋ, ਫੇਲ ਹੋ ਗਿਆ. ਜੇ ਬਾਪੂ ਛਿੱਤਰ ਲੈ ਕੇ ਆ ਰਿਹਾ. सोचो सिमरन और वहाँ कुछ और लग रहा है, सिद्धू मूसेवाला बज रहा है पीछे. हाँ, सोचो. तो BGM ਦਾ ਬਹੁਤ ਇੰਪੋਰਟੈਂਟ ਰੋਲ ਹੈ. तो मैम एक ਨੈਕਸਟ ਚੀਜ਼ ਸੈਗਮੈਂਟ ਤੇ ਆਉਂਦੇ ਹੈ ਨਾ, ਪ੍ਰੋਡਿਊਸਰ ਦੀ ਜੇ ਗੱਲ ਕਰੀਏ ਹੈ ਨਾ, ਬੀਇੰਗ ਅ ਪ੍ਰੋਡਿਊਸਰ ਦੀ ਕੀ ਮਤਲਬ ਥਾਟ ਹੁੰਦੀ ਹੈ ਕਿ ਇੱਕ ਪ੍ਰੋਡਕਟ ਨੂੰ ਲੈ ਕੇ, ਮਤਲਬ ਜਿਹੜੇ ਨਵੇਂ ਪ੍ਰੋਡਿਊਸਰ ਪੈਸੇ ਕਿਵੇਂ ਬਚਣ. ਓਕੇ. ਓਕੇ, ਪੈਸੇ ਕਿਵੇਂ ਬਚਣ ਤੇ ਪੈਸੇ ਕਿਵੇਂ ਬਣਨ. ਬਿਲਕੁਲ. ਵੈਲ ਸੱਚੀ ਜਿਹਦੇ ਪੈਸੇ ਲੱਗੇ ਹੁੰਦੇ ਨੇ ਨਾ ਉਹਨੂੰ ਪਤਾ ਹੁੰਦਾ ਹੈ ਦਰਦ ਕਿੱਥੇ ਹੁੰਦਾ ਹੈ. ਸੋ ਓਨੈਸਟਲੀ ਆਈ ਥਿੰਕ ਚਾਹੇ ਜਿੰਨਾ ਕੋਈ ਪ੍ਰੋਡਿਊਸਰ ਕਹਿ ਲੇ, ਨਹੀਂ ਪ੍ਰੋਡਕਟ ਸਾਰਾ ਝੂਠ ਹੈ. Main thing is money, because ultimately producers also a businessman or a woman, and which is fine. There's nothing wrong in it. I am a producer myself. मैं अपनी गल कर रही हूँ, मैं किसी और दी नहीं कर रही. ते yeah, I think money factor is the most important. Then of course making a good product ਜਿਹੜਾ audience ਪਸੰਦ ਕਰੇ, and ਜੇ ਤੁਸੀਂ ਉਸ project with ਇੱਕ message ਦੇ ਸਕੋ, then I think it's the best. क्या बात है. तो मतलब मैसेज तो है ही है, बट सब तो पहला सब मोह माया है. वो तो है, वो हम अब क्या कर सकते हैं. वो तो पापा जी ने दुनिया ही ऐसी बना दी है कि मोह माया पे ही चल रहे हैं. हम तो भगवान के पुतले हैं जी. हाँ बिल्कुल, अब वो तो हमारे हाथ में ही नहीं है. ਬਿਲਕੁਲ. ਸੋ ਮੈਮ ਇੱਕ ਜਿਹੜੀ ਗੱਲ ਹੈ ਕਿ ਹੈ ਨਾ, ਇੱਕ ਜਿਹੜਾ ਪ੍ਰੋਡਿਊਸਰ ਹੁੰਦਾ ਹੈ ਨਾ, ਇੱਕ ਪ੍ਰੋਜੈਕਟ ਨੂੰ ਡਿਵੈਲਪ ਕਰਦਾ ਹੈ, ਉਹ ਬੇਸਿਕਲੀ ਵੱਡੇ ਫੇਸਿਸ ਇਨਕਲੂਡ ਕਰਦਾ ਸੋ ਦੈਟ ਕਿ ਰਿਕਵਰੀ ਵਧੀਆ ਹੋਵੇ. ਹਾਂਜੀ ਹਾਂਜੀ. ਹੈ ਨਾ, ਬਟ ਕਈ ਵਾਰ ਅੱਜ ਕੱਲ੍ਹ ਜਿਹੜਾ ਦੌਰ ਚੱਲ ਰਿਹਾ OTT ਪਲੇਟਫਾਰਮਸ ਦਾ, ਰਾਈਟ, ਹੈ ਨਾ, ਪ੍ਰੋਜੈਕਟ ਅਪਰੂਵਲਸ 'ਚ ਵੀ ਟਾਈਮ ਲੱਗਦਾ ਹੁੰਦਾ ਹੈ. ਰਾਈਟ. ਤੋ ਕਈ ਵਾਰ ਕੀ ਹੁੰਦਾ ਕਿ ਪ੍ਰੋਜੈਕਟਸ ਬਣ ਜਾਂਦੇ, ਅਪਰੂਵ ਨਹੀਂ ਹੁੰਦੇ, ਉਹ ਫਿਰ ਡੱਬਾ ਬੰਦ ਹੋ ਜਾਂਦੇ ਨੇ. ਉਹ ਕਿੱਦਾਂ ਮਾਰਕੀਟ 'ਚ ਆਉਣ? See, I think OTT is a very good platform right now, and recently, it's actually become, it boomed. Boom, yes. Especially, unfortunately, Corona ਹੋਇਆ, ਉਹਦੇ ਵਿੱਚ ਕਾਫੀ digital market ਨੂੰ boom ਮਿਲਿਆ ਹੈ. So digital market ਲਈ ਬਹੁਤ ਵਧੀਆ ਰਿਹਾ ਹੈ. So I think smaller projects or projects ਜਿਨ੍ਹਾਂ ਕੋਲ theatre ਵਿੱਚ release ਕਰਨ ਲਈ ਵੀ ਪੈਸਾ ਚਾਹੀਦਾ ਹੈ. Exactly. Honestly, ਹੈ ਨਾ, ਉਹ ਤੇ it's a separate cost, distribution, exhibition, PR. हाँ, right? ਤੇ marketing PR ਤਾਂ ਖੈਰ ਮੈਨੂੰ ਲੱਗਦਾ ਇਹਦੇ 'ਚ ਵੀ ਕਰਨਾ ਹੀ ਚਾਹੀਦਾ ਹੈ, but still it's not of the level ਜਿਹੜਾ ਥੀਏਟਰ ਦੇ ਜਦ ਫਿਲਮਾਂ ਹੁੰਦੀਆਂ ਸੀ. ਐਂਡ ਹੁਣ ਲੇਟਲੀ ਇਨ ਦ ਲਾਸਟ ਕਪਲ ਆਫ ਈਅਰਸ, ਮੋਰ ਦੈਨ 10 years ਦੋ, ਫਿਲਮ ਬਣਾਉਣੀ ਸੌਖੀ ਹੋ ਗਈ ਸੀ, ਫਿਲਮ ਰਿਲੀਜ਼ ਕਰਨੀ, ਬਿਲਕੁਲ, ਹੈ ਨਾ, ਦੈਟ ਵਾਸ ਦ ਮੇਨ ਗੇਮ. ਐਂਡ ਉਹਦੇ 'ਚ ਸਭ ਤੋਂ ਵੱਡਾ ਹੱਥ ਸੀ PNA ਦਾ, which is your marketing and publicity. So I think it's very good that OTT platforms have come up. ਜਿਹੜੇ projects ਨਹੀਂ ਬਾਹਰ ਆ ਸਕੇ ਜਾਂ ਜਿਨ੍ਹਾਂ ਕੋਲ ਇੰਨਾ ਨਹੀਂ ਸੀਗਾ ਕਿ ਉਹ
ਇੰਨਾ ਖਰਚ ਕੇ ਥੀਏਟਰਸ ਰਿਲੀਜ਼ ਕਰਨ, they've got a way to get out also। ਹੁਣ OTT ਪਲੇਟਫਾਰਮ ਵਿੱਚ ਵੀ ਇੱਕ ਹੋਰ ਵਧੀਆ ਚੀਜ਼ ਹੈ, ਸੋ there obviously lot of ਚੈਨਲਸ ਜਿਹੜੇ ਪੈਸੇ ਦੇ ਕੇ ਖਰੀਦਦੇ ਨੇ, ਭਗਵਾਨ ਨਾ ਕਰੇ वो भी ना हो आपका, ਤੁਸੀਂ ਆਪ ਹੀ ਅਪਲੋਡ ਕਰ ਸਕਦੇ ਹੋ, ਐਂਡ ਜੇ ਮੇਰ ਰਹੀ ਬਾਬੇ ਦੀ ਤਾਂ ਉਹ ਵਾਇਰਲ ਵੀ ਹੋ ਸਕਦਾ ਹੈ, ਐਂਡ ਇਟ ਕੈਨ ਜਸਟ ਗੋ ਟੂ ਅਨਦਰ ਲੈਵਲ। ਸੋ ਦੇਰ ਮਚ ਮੋਰ ਵਾਈਡਰ ਚਾਂਸਿਸ of it getting to the audience and getting popular। ਬਿਲਕੁਲ, ਬਿਕੋਜ਼ ਕਿ ਜਦੋਂ ਮੈਂ ਕਹਿੰਦੇ ਨਾ ਕਿ ਅੱਜ ਕੱਲ੍ਹ ਥੀਏਟਰਸ ਬੰਦ ਹੈਗੇ ਹੈ ਨਾ, ਯੂ ਹੈਵ ਟੂ ਗੋ ਟੂ ਦ ਥੀਏਟਰ ਬਾਈ ਸਮਥਿੰਗ, ਆਪਾਂ ਜੇ ਨਾਰਮਲ ਗੱਲ ਕਰੀਏ ਇਕਨੋਮਿਕ ਕਲਾਸ ਦੀ ਹੈ ਨਾ, ਸੋ ਇੱਥੇ ਕੀ ਹੈ ਕਿ ਆਪਣਾ ਟੀਵੀ ਤੇ ਪਲੇ ਕਰਤਾ, ਕਨੈਕਟ ਕਰਕੇ ਹੈ ਨਾ, ਘਰੇ ਬੈਠ ਕੇ ਯੂ ਹੈਵ ਇੰਜੋਇਡ ਦ ਪ੍ਰੋਜੈਕਟ। ਬਿਲਕੁਲ, ਐਂਡ ਇਮੈਜਿਨ ਵੈਨ ਯੂ ਗੋ ਟੂ ਅ ਥੀਏਟਰ, ਜੇ 4 ਲੋਕਾਂ ਦੀ ਵੀ ਫੈਮਿਲੀ ਹੋਏ, 2 ਬੱਚੇ, ਇੱਕ ਫਾਦਰ ਮਦਰ, ਤੁਹਾਡਾ ਮਿਨੀਮਮ 200 ਦੀ ਮੈਂ ਟਿਕਟ ਲਾਵਾਂ ਤੇ ਤੁਹਾਡਾ 800 ਤਾਂ ਟਿਕਟਾਂ ਤੇ ਹੋ ਗਿਆ, ਹੋਰ 1000 ਰੁਪਏ ਤੁਸੀਂ ਪੌਪਕਾਰਨ ਤੇ ਲਾ ਲਓ, ਹੈ ਨਾ। 1800 ਹੋ ਗਿਆ। ਤੁਸੀਂ ਇਨਸਟੈਡ ਜੇ ਤੁਸੀਂ ਡਿਜੀਟਲ ਪਲੇਟਫਾਰਮ ਨੂੰ ਪਰਚੇਸ ਕਰਦੇ ਹੋ 199 ਵਿੱਚ ਨੈਟਫਲਿਕਸ ਆਉਂਦਾ 2 ਲੋਕਾਂ ਦੇ, ਮੈਂ ਸੌਰੀ ਐਡਵਰਟਾਈਜ਼ ਨਹੀਂ ਕਰੀ ਨੈਟਫਲਿਕਸ ਨੂੰ, ਬਟ ਫॉर ਐਗਜ਼ਾਮਪਲ ਯੂ ਹੈ ਨਾ, ਸੋ ਇਟਸ ਈਜ਼ੀਅਰ ਕਿ 2 ਲੋਕੀ ਅਨਲਿਮਿਟਿਡ ਚੀਜ਼ਾਂ ਵੇਖ ਸਕਦੇ ਨੇ, ਐਂਡ 2 ਲੋਕੀ ਵੀ ਨਹੀਂ ਆਏ, 2 ਇੰਸਟਰੂਮੈਂਟਸ। Yes. So you can connect it to your TV and see. So I think it's a very economical thing and it's good for the public because not everyone can afford it. Exactly. So it's a good thing that will reach ਵੱਧ ਜਾਏਗੀ ਇਹਦੇ ਨਾਲ। ਬਿਲਕੁਲ। ਸੋ ਜਸਟ ਹੈਵ ਅ ਕੁਐਸਚਨ ਕਿ ਜਿਵੇਂ ਹੈ ਨਾ OTT ਪਲੇਟਫਾਰਮ ਬਹੁਤ ਜ਼ਿਆਦਾ ਬੂਮ ਤੇ ਆ ਗਏ, ਤੁਸੀਂ ਕਿਹਾ ਹੈ ਨਾ, ਸੋ ਕੀ ਇਹ ਸਿਨੇਮਾਸ ਨੂੰ ਅਫੈਕਟ ਕਰਨਗੇ? ਬਿਕੋਜ਼ ਸਿਨੇਮਾ ਇਸ ਟਾਈਮ ਬਿਲਕੁਲ ਡਾਊਨ ਚੱਲ ਰਿਹਾ ਐਜ਼ ਯੂ ਨੋ, ਹੈ ਨਾ, ਕਿ ਫਿਲਮਾਂ ਨਹੀਂ ਰਿਲੀਜ਼ ਹੋ ਰਹੀਆਂ, ਡਿਲੇ ਹੋ ਰਹੀਆਂ ਨੇ, ਪ੍ਰੋਡਿਊਸਰਸ ਨੂੰ ਡਰ ਹੈਗਾ ਕਿ ਜੇ ਆਪਾਂ ਰਿਲੀਜ਼ ਕਰਤਾ ਹੈ ਨਾ, ਜਿਹੜੀ ਫਿਕਸਡ ਕਾਸਟ ਹੈਗੀ ਹੈ ਮਤਲਬ ਸ਼ੋਅ ਬੁੱਕ ਕਰਨ ਦੀ, ਜੋ ਵੀ ਹੈ ਨਾ ਫਿਕਸਡ ਕਾਸਟ ਹੁੰਦੀ ਆ, ਉਹ ਤਾਂ ਇਨਕਰ ਉਹਨਾਂ ਨੂੰ ਕਰਨੀ ਪੈਣੀ, ਜਿਹੜੀ ਪਹਿਲਾਂ ਕੀਤੀ ਹੋਈ ਹੈ ਉਹ ਕਰਨੀ ਹੈ, ਤੇ PR, ਤੇ ਕੀ ਸਿਨੇਮਾ ਦੇ ਉੱਤੇ ਲਾਸ ਦੇ ਚਾਂਸਸ ਹੋਰ ਵੀ ਇਨ ਫਿਊਚਰ ਹੈਗੇ ਆ? ਸੀ ਓਨੈਸਟਲੀ OTT ਪਲੇਟਫਾਰਮਸ ਹੈਵ ਆਲਰੇਡੀ ਅਫੈਕਟਡ ਸਿਨੇਮਾ। ਹੁਣ ਕੁਝ ਫਿਲਮਾਂ ਰਿਲੀਜ਼ ਹੋਈਆਂ ਨੇ ਜੀ, ਯੂ ਨੋ, ਰੀਸੈਂਟਲੀ ਮੁੰਬਈ ਸਾਲਸਾ ਰਿਲੀਜ਼ਡ, ਇਨ ਹੋਰ ਵੀ ਰੂਹੀ ਰਿਲੀਜ਼ ਹੋਈ ਹੈ ਰੀਸੈਂਟਲੀ, ਸੋ ਫਿਲਮਾਂ ਰਿਲੀਜ਼ ਹੋਈਆਂ ਨੇ। See, of course, COVID karke people don't want to step out, which is understood because they want to play safe. But also ਮੈਨੂੰ ਕਿੱਥੇ ਨਾ ਕਿਤੇ ਲੱਗਦਾ ਕਿ ਲੋਕੀ ਹੁਣ ਕੰਫਰਟੇਬਲ ਹੋ ਗਏ ਘਰ ਬੈਠ ਕੇ, ਜਦ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ, ਸਸਤੇ 'ਚ ਮਿਲ ਰਿਹਾ, so they are thinking twice to get out and watch a project. Yeah. So it is unfortunate for theatres in a way. And I feel bad, especially जिन्हां दे पैसे already लग चुके ने, and as a filmmaker I love to see my film on the big screen, हाँ, exactly, है ना, how it is, but फिर जे लोकां दा सोचिए then ਉਹ ਵੀ ਜਾਇਜ਼ ਨੇ ਕਿੱਥੇ ਨਾ ਕਿਤੇ। ਐਗਜ਼ੈਕਟਲੀ ਮੈਮ, ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ। ਐਂਡ ਵਟ ਆਈ ਫੀਲ ਕਿ ਮੈਮ ਕਿ ਜਿਹੜੀ ਇਹ ਥਾਟ ਹੈ ਨਾ ਐਗਜ਼ੈਕਟਲੀ ਬਹੁਤ ਸਹੀ ਹੈ, ਕਿਉਂਕਿ ਹਰ ਇੱਕ ਬੰਦਾ ਆਪਣੀ ਜੇਬ ਨੂੰ ਲੈ ਕੇ ਚੱਲ ਰਿਹਾ, ਉਸ ਕਰੋਨਾ ਦੇ ਵਿੱਚ ਅਰਨਿੰਗਸ ਹੈਵ ਰਿਡਿਊਸਡ ਤੇ people have lost their jobs. Exactly. Yeah. So ਇਹ ਟਾਈਮ ਪਾਸ ਦਾ ਵੀ ਤਰੀਕਾ ਵਧੀਆ ਬਣ ਗਿਆ ਲੋਕਾਂ ਲਈ। ਸੋ ਜਿਹੜੀ ਮੇਰੀ ਇੱਕ ਸਵਾਲ ਹੋਰ ਸੀਗਾ ਤੁਹਾਡੇ ਨਾਲ, ਜਿਹੜੇ ਵੀ ਨਵੇਂ ਪ੍ਰੋਡਿਊਸਰਸ ਆ ਰਹੇ ਹੈਗੇ ਹੈ ਨਾ, ਹਾਊ ਕੈਨ ਦੇ ਐਂਟਰ ਇਨਟੂ ਇੰਡਸਟਰੀ ਆਫ ਫਿਲਮ ਮੇਕਿੰਗ, ਬੇਸਿਕ ਨਾਟ ਐਡ ਸ਼ੂਟਸ ਐਂਡ ਆਲ, ਇਨ ਫਿਲਮ ਮੇਕਿੰਗ? Honestly, there is no standard rule ਜਾਂ ਪ੍ਰਿੰਸੀਪਲ ਜਾਂ ਕੋਈ ਇੱਦਾਂ ਦਾ ਹੈਗਾ ਨਹੀਂ ਕਿ ਕੋਈ ਪ੍ਰੋਸੀਜਰ ਆ। As a producer, I think yes, you need to have the money. That's very important. Basic requirement. हाँ, वो तो हैगी है ना, जो प्रोड्यूसर बनना है, फिर वो तो तो and that is one of the biggest factors. तो ऐदा दा कोई भी प्रोड्यूसर बन सकता है, but I feel कि if you want to be a successful producer, yes, है ना, producer, successful producer, then just don't get into it like this. थोड़ी हर सिर्फ ਇਹ ਨਹੀਂ, ਹਰ ਬਿਜ਼ਨਸ ਜੋ ਵੀ ਤੁਸੀਂ ਸ਼ੁਰੂ ਕਰੋ ਉਹਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਨਾ, ਉਹਦੇ ਪ੍ਰੋਜ਼ ਕੀ ਨੇ, ਕੌਨਸ ਕੀ ਨੇ, ਕਿੱਦਾਂ ਮਾਰਕੀਟ ਚੱਲ ਰਹੀ ਹੈ, ਕਿੰਨਾ ਕੁ ਰਿਕਵਰੀ ਹੈਗੀ। ਸੋ ਆਈ ਥਿੰਕ ਵਨ ਨੀਡਸ ਟੂ ਰੀਅਲੀ ਅੰਡਰਸਟੈਂਡ ਦ ਬਿਜ਼ਨਸ ਬਿਫੋਰ ਗੈਟਿੰਗ ਇਨਟੂ ਇਟ। ਇੱਦਾਂ ਹੀ ਨਹੀਂ ਕਿ ਪੈਸੇ ਹੈਗੇ ਤਾਂ ਆਪਾਂ ਲਾ ਦਈਏ, ਤੇ ਪ੍ਰੋਜੈਕਟ ਨੂੰ ਜ਼ਰੂਰ ਤੁਸੀਂ ਸਟੱਡੀ ਕਰੋ, ਉਹਦੀ ਰਿਕਵਰੀ ਇਜ਼ ਵੈਰੀ ਇੰਪੋਰਟੈਂਟ, ਉਹਨੂੰ ਜੱਜ ਕਰੋ। ਸੋ मतलब जो भी पैसा ला रहे हैं सब मोह माया के बारे में ध्यान रखो, पैसा आता कैसे है, जाता कैसे है, फिर आता कैसे है, सब कुछ देखना है। कई बार सिर्फ जाता है और जाता है आता नहीं है आता नहीं है। तो बहुत ही ਵਧੀਆ ਲੱਗਿਆ ਮੈਮ, ਥੈਂਕ ਯੂ ਸੋ ਮਚ। ਸੋ ਬਈ ਜਿਹੜੇ ਪੈਸੇ ਲਾ ਰਹੇ ਹੋ ਸੋਚ ਸਮਝ ਕੇ ਲਾਓ ਤੇ ਕਮਾਓ, ਬਿਲਕੁਲ ਸਾਰੇ ਕਮਾਓ, ਸਭ ਪੈਸਾ ਬਹੁਤ ਰੱਜ ਕੇ ਕਮਾਓ। So thank you so much ma'am for coming to the show. The show is called ਸਿਤਾਰਿਆਂ ਨਾਲ ਗੱਲਬਾਤ and here we have Pooja ma'am. Thank you so much ma'am, ਬਹੁਤ ਮਜ਼ਾ ਆਇਆ। ਐਂਡ ਇੰਨੇ ਵਧੀਆ ਪ੍ਰੋਡਿਊਸਰ
नहीं होते, आपदे होते हैं। ये तो बात सही कही उन्होंने। थैंक यू सो मच फॉर हैविंग मी। ते सारे दर्शकों को मेरा बहुत बहुत प्यार भरा सत श्री अकाल। थैंक्स फॉर वॉचिंग।